नमस्कार खबरां दे इस बुलेटिन च तुहाडा स्वागत। मैं रजनी। पहला पेश ने चोणवीआं खबरां। कोविड-19 महामारी की मौजूदा स्थिति ते उप राष्ट्रपति ते प्रधानमंत्री वालों राज्यपालां अते उप राष्ट्रपालां नूं वीडियो कॉन्फ्रेंस राहीं संबोधन। उप राष्ट्रपति एम वैंकैया नायडू वालों राज्यपालां नूं राज्य सरकारां दे नाल मिल के काम करन दी सलाह। प्रधानमंत्री नरेंद्र मोदी ने महामारी विरुद्ध देश की लड़ाई नूं जन भागीदारी वजों उत्साहित करन दी लोड़ ते जोर दिता। केंद्र वालों कोविड-19 महामारी तो लोगों को सुरक्षित रखने के लिए रेमडेसिविर टीकिਆਂ ਦਾ उत्पादन ਵਧਾਉਣ ਅਤੇ ਇਸ ਦੀਆਂ ਕੀਮਤਾਂ ਨੂੰ ਘਟਾਉਣ ਦਾ फैसला। केंद्रीय सेहत ते परिवार भलाई मंत्री डॉक्टर हर्षवर्धन वालों पोषण दे नाल संबंधित मिशन आहार क्रांति की शुरुआत। नराते शुरू होने के पहले दिन 14,000 तो वध श्रद्धालुओं ने माता वैष्णो देवी की पवित्र गुफा के दर्शन किए। पश्चिम बंगाल के 5वें गेड़ दी विधानसभा चोणां दे लई चोण प्रचार खत्म। इस गेड़ दी 45 सीटां दे लई शनिवार नूं वोटां पाईआं जाणगीआं। हुण खबरां विस्तार नाल। उप राष्ट्रपति एम वैंकैया नायडू ने देश के सारे ही सूबਿਆਂ ਦੇ ਰਾਜਪਾਲਾਂ ਨੂੰ ਕਿਹਾ ਹੈ ਕਿ कोविड-19 महामारी विरुद्ध लड़ाई ਦੇ ਵਿੱਚ ਆਪਣੇ सूबਿਆਂ ਦੇ ਮੁੱਖ ਮੰਤਰੀਆਂ ਦੇ ਨਾਲ ਸਹਿਯੋਗ ਕਰਨ। ਨਾਇਡੂ ਨੇ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਦੇ ਵਿੱਚ ਰਾਜਪਾਲਾਂ ਅਤੇ ਉਪ ਰਾਜਪਾਲਾਂ ਦੇ ਨਾਲ ਗੱਲਬਾਤ ਕਰਦਿਆਂ ਕਹੀ। ਵੀਡੀਓ ਕਾਨਫਰੰਸ ਰਾਹੀਂ ਇਸ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਹੈ ਕਿ ਉਹ ਰਾਜ ਸਰਕਾਰਾਂ ਨੂੰ ਕੋਵਿਡ-19 ਦੇ ਨਾਲ ਲੜਾਈ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਹੋਰ ਵਧੇਰੇ ਪ੍ਰਭਾਵਸ਼ਾਲੀ ਰਣਨੀਤੀ ਬਣਾਉਣ ਦੇ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਰ ਸਕਦੇ ਨੇ। ਉਪ ਰਾਸ਼ਟਰਪਤੀ ਨੇ ਕਿਹਾ ਕਿ ਰਾਜਪਾਲ ਮਹਾਮਾਰੀ ਵਿਰੁੱਧ ਲੜਾਈ ਦੇ ਵਿੱਚ ਮੁੱਖ ਮੰਤਰੀਆਂ ਦੀਆਂ ਕੋਸ਼ਿਸ਼ਾਂ ਨੂੰ ਵਧਾਉਂਦਿਆਂ ਹੋਇਆਂ ਮਹੱਤਵਪੂਰਨ ਪ੍ਰਤੀਨਿਧਾਂ ਵਜੋਂ ਉਨ੍ਹਾਂ ਦੀ ਮਦਦ ਕਰ ਸਕਦੇ ਨੇ। ਉਨ੍ਹਾਂ ਰਾਜਪਾਲਾਂ ਨੂੰ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਉਹ ਦੇਸ਼ ਦੀ ਕੋਵਿਡ ਵਿਰੁੱਧ ਲੜਾਈ ਨੂੰ ਜਨ ਅੰਦੋਲਨ ਦੇ ਵਿੱਚ ਤਬਦੀਲ ਕਰ ਸਕਦੇ ਨੇ। ਉਨ੍ਹਾਂ ਸਾਰੇ ਹੀ ਰਾਜਾਂ ਨੂੰ ਕਿਹਾ ਹੈ ਕਿ ਉਹ ਆਪਣੀ ਸਿਆਸੀ ਮਤਭੇਦਾਂ ਨੂੰ ਭੁਲਾ ਕੇ ਇੱਕ ਸਾਂਝੀ ਟੀਮ ਵਜੋਂ ਮਹਾਮਾਰੀ ਨੂੰ ਹਰਾਉਣ ਦੇ ਲਈ ਕੰਮ ਕਰਨ। प्रधानमंत्री नरेंद्र मोदी ने अपने संबोधन ਦੇ ਵਿੱਚ ਕਿਹਾ ਕਿ ਸਰਕਾਰ ਮਹਾਮਾਰੀ ਦੇ ਨਾਲ ਨਜਿੱਠਣ ਅਤੇ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੇ ਵਿੱਚ ਕੋਵਿਡ ਟੀਕਿਆਂ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਲਈ ਹਰ ਕਦਮ ਚੁੱਕ ਰਹੀ ਹੈ। ਉਨ੍ਹਾਂ ਇਸ ਗੱਲ ਤੇ ਚਾਨਣਾ ਪਾਇਆ ਕਿ ਭਾਰਤ ਨੇ ਕਿੰਨੀ ਤੇਜ਼ੀ ਦੇ ਨਾਲ 10 ਕਰੋੜ ਤੋਂ ਵੱਧ ਲੋਕਾਂ ਦੇ ਟੀਕਾਕਰਨ ਦਾ ਇੱਕ ਮੀਲ ਪੱਥਰ ਕਾਇਮ ਕੀਤਾ ਹੈ। 4 ਦਿਨਾਂ ਤੱਕ ਚੱਲੇ ਟੀਕਾ ਉਤਸਵ ਦੌਰਾਨ ਟੀਕਾਕਰਨ ਮੁਹਿੰਮ ਦੇ ਵਿੱਚ ਆਈ ਤੇਜ਼ੀ ਅਤੇ ਨਵੀਂ ਟੀਕਾਕਰਨ ਕੇਂਦਰਾਂ ਦੇ ਵਿੱਚ ਹੋਏ ਵਿਸਥਾਰ ਦੇ ਨਾਲ ਦੇਸ਼ ਦੇ ਵਿੱਚ ਟੀਕਾਕਰਨ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ। ਉਨ੍ਹਾਂ ਕਿਹਾ ਕਿ ਟੀਕਾਕਰਨ ਅਤੇ ਇਲਾਜ ਦੇ ਸੁਨੇਹੇ ਨੂੰ ਫੈਲਾਉਣ ਦੇ ਨਾਲ-ਨਾਲ ਰਾਜਪਾਲ ਆਯੁਸ਼ ਦੇ ਨਾਲ ਜੁੜੇ ਇਲਾਜ ਦੇ ਤਰੀਕਿਆਂ ਬਾਰੇ ਜਾਗਰੂਕਤਾ ਵੀ ਫੈਲਾ ਸਕਦੇ ਨੇ। ਪਿਛਲੇ ਸਾਲ ਮਹਾਮਾਰੀ ਵਿਰੁੱਧ ਲੋਕਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਹੀ ਜਨ ਭਾਗੀਦਾਰੀ ਦੀ ਭਾਵਨਾ ਨੂੰ ਮੌਜੂਦਾ ਸਮੇਂ ਵਿੱਚ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਨੈਟਵਰਕ ਹਸਪਤਾਲਾਂ ਦੇ ਵਿੱਚ ਐਂਬੂਲੈਂਸਾਂ, ਵੈਂਟੀਲੇਟਰਾਂ ਤੇ ਆਕਸੀਜਨ ਦੀ ਸਮਰੱਥਾ ਨੂੰ ਵਧਾਉਣ ਦੇ ਕੰਮ ਨੂੰ ਯਕੀਨੀ ਬਣਾ ਸਕਦੇ ਹਨ। ਪ੍ਰਧਾਨ ਮੰਤਰੀ ਨੇ RT-PCR ਟੈਸਟਾਂ ਦੀ ਸਮਰੱਥਾ ਵਧਾਉਣ ਤੇ ਵੀ ਗੱਲਬਾਤ ਕੀਤੀ ਅਤੇ ਇਸ ਗੱਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਭਾਰਤ PPE ਕਿੱਟਾਂ ਅਤੇ ਟੈਸਟਿੰਗ ਦੇ ਨਾਲ ਜੁੜੀ ਹੋਰ ਸਮੱਗਰੀ ਦੇ ਮਾਮਲੇ ਦੇ ਵਿੱਚ आत्मनिर्भर बन गया है। केंद्र ने कोविड-19 महामारी तो लोगों को सुरक्षित रखने के लिए रेमडेसिविर टीकिਆਂ ਦਾ उत्पादन ਵਧਾਉਣ ਅਤੇ ਇਸ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਟੀਕਿਆਂ ਦੀ ਉਤਪਾਦਨ ਸਮਰੱਥਾ ਨੂੰ ਹਰ ਮਹੀਨੇ 10 ਲੱਖ ਖੁਰਾਕਾਂ ਤੱਕ ਵਧਾਉਣ ਦੇ ਲਈ 6 ਹੋਰ ਨਿਰਮਾਤਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਵੇਲੇ ਦੇਸ਼ ਦੇ ਵਿੱਚ ਰੈਮਡੇਸਿਵਿਰ ਟੀਕੇ ਦੇ ਉਤਪਾਦਨ ਦੀਆਂ 7 ਨਿਰਮਾਣ ਇਕਾਈਆਂ ਹਰ ਮਹੀਨੇ 38,80,000 ਟੀਕਿਆਂ ਦਾ ਉਤਪਾਦਨ ਕਰ ਰਹੀਆਂ ਨੇ। ਖਾਦ ਅਤੇ ਰਸਾਇਣ ਮੰਤਰੀ ਮਨਸੁਖ ਮਾਨਵੀਆ ਨੇ ਕਿਹਾ ਹੈ ਕਿ ਦੇਸ਼ ਦੇ ਵਿੱਚ ਹਰ ਮਹੀਨੇ 30 ਲੱਖ ਵਾਧੂ ਟੀਕਿਆਂ ਦਾ ਉਤਪਾਦਨ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ, ਜਿਸ ਦੇ ਨਾਲ ਟੀਕਿਆਂ ਦੀ ਉਤਪਾਦਨ ਸਮਰੱਥਾ ਹਰ ਮਹੀਨੇ 78 ਲੱਖ ਤੱਕ ਹੋ ਜਾਵੇਗੀ। ਇਸ ਤੋਂ ਪਹਿਲਾਂ ਸਰਕਾਰ ਨੇ ਘਰੇਲੂ ਬਾਜ਼ਾਰ ਦੇ ਵਿੱਚ ਇਸ ਦੀ ਸਪਲਾਈ ਵਧਾਉਣ ਦੇ ਲਈ ਇਸ ਦੀ ਬਰਾਮਦ ਤੇ ਪਾਬੰਦੀ ਲਗਾ ਦਿੱਤੀ ਸੀ। ਮਾਨਵੀਆ ਨੇ ਕਿਹਾ ਕਿ ਰੈਮਡੇਸਿਵਿਰ ਟੀਕਾ ਬਣਾਉਣ ਵਾਲੇ ਨਿਰਮਾਤਾਵਾਂ ਨੇ ਆਪਣੇ ਪੱਧਰ ਤੇ ਹੀ ਇਸ ਦੀ ਕੀਮਤ ਨੂੰ ਘੱਟ ਕਰਨ ਦੀ ਪਹਿਲ ਕੀਤੀ ਹੈ ਅਤੇ ਇਸ ਹਫ਼ਤੇ ਦੇ ਅੰਤ ਤੱਕ ਇਸ ਦੀਆਂ ਕੀਮਤਾਂ ਦੇ ਵਿੱਚ ਕਮੀ ਆਉਣ ਦੇ ਨਾਲ ਕੋਵਿਡ ਮਹਾਮਾਰੀ ਵਿਰੁੱਧ ਲੜਾਈ ਦੇ ਵਿੱਚ ਮਦਦ ਮਿਲੇਗੀ। ਉਨ੍ਹਾਂ ਨਿਰਮਾਤਾਵਾਂ ਨੂੰ ਕਿਹਾ ਹੈ ਕਿ ਉਹ ਹਸਪਤਾਲਾਂ ਅਤੇ ਹੋਰ ਕੋਵਿਡ ਦੇਖਭਾਲ ਕੇਂਦਰਾਂ ਨੂੰ ਟੀਕੇ ਦੀ ਸਪਲਾਈ ਦੇ ਵਿੱਚ ਤਰਜੀਹ ਦੇਣ। ਉਨ੍ਹਾਂ ਟੀਕੇ ਦੀ ਜਮਾਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਵੀ ਸੰਬੰਧਿਤ ਵਿਭਾਗਾਂ ਨੂੰ ਫੌਰੀ ਤੌਰ ਤੇ ਢੁਕਵੇਂ ਕਦਮ ਚੁੱਕਣ ਦੀ ਹਿਦਾਇਤ ਦਿੱਤੀ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਨੇ ਪੋਸ਼ਣ ਬਾਰੇ ਜਾਗਰੂਕਤਾ ਫੈਲਾਉਣ ਵਾਲੇ ਸਮਰਪਿਤ ਮਿਸ਼ਨ ਆਹਾਰ ਕ੍ਰਾਂਤੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਭਾਰਤ ਸਮੇਤ ਸਮੁੱਚੇ ਵਿਸ਼ਵ ਨੂੰ ਕੁਪੋਸ਼ਣ ਦੇ ਨਾਲ ਸੰਬੰਧਿਤ ਭੁੱਖਮਰੀ ਤੇ ਹੋਰ ਬਿਮਾਰੀਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਦੇ ਲਈ ਸੰਤੁਲਿਤ ਭੋਜਨ ਵਿਸ਼ੇਸ਼ ਸਾਧਨ ਵਜੋਂ ਕੰਮ ਕਰ ਸਕਦਾ ਹੈ। ਉਨ੍ਹਾਂ ਸੰਤੁਲਿਤ ਭੋਜਨ ਦੀ ਮਹੱਤਤਾ ਬਾਰੇ ਦੱਸਦਿਆਂ ਪੌਸ਼ਟਿਕ ਆਹਾਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦਾ ਮੁੱਖ ਉਦੇਸ਼ ਵਧੀਆ ਪੋਸ਼ਣ ਅਤੇ ਵਧੀਆ ਵਿਚਾਰ ਤੇ ਆਧਾਰਿਤ ਹੈ। मां दुर्गा के 9 स्वरूपों के तीजे स्वरूप मां चंद्रघंटा की अज पूजा अर्चना की जा रही है। श्रद्धालु मां चंद्रघंटा की पूजा नूं वधेरे महत्वपूर्ण मानते हैं क्यों जो इस दे नाल उन्हां दी वीरता, विनम्रता और मानसिक तंदुरुस्ती का विकास होंदा है। श्रद्धालुओं का मनना है कि मां चंद्रघंटा अपनी भगतां का हमेशा कल्याण करती है। लोकां वल्लों कोविड-19 महामारी के मद्देनज़र मंदिरां ते होर धार्मिक स्थानां ते सीमित रूप दे विच जमा होण ते लगाई गई पाबंदी कारण घरां विच ही दुर्गा स्तुति का पाठ ਅਤੇ ਹੋਰ ਧਾਰਮਿਕ ਆਯੋਜਨ ਕੀਤੇ ਜਾ ਰਹੇ ਨੇ। चेतर नरात्यां दे शुरू होने के पहले दिन 14,000 तो वध श्रद्धालुओं ने वैष्णो देवी धाम के दर्शन किए और मां वैष्णो देवी का आशीर्वाद हासिल किया। वैष्णो देवी गुफा बोर्ड के एक अधिकारी ने जम्मू के दस्सिया कि देश के कोविड-19 महामारी के लगातार वध रहे मामलों के बावजूद 13 अप्रैल को नरात्यां के पहले दिन 14,281 श्रद्धालुओं ने माता वैष्णो देवी की पवित्र गुफा के दर्शन किए। उन्होंने दस्सिया कि किसी भी श्रद्धालु को कोविड का टेस्ट किए बिना गुफा के अंदर नहीं जाण दिता जा रहा। उन्होंने कहा कि पहले दिन गुफा के दर्शन करने वाले व्यक्तियों विचों 48 व्यक्तियों का कोरोना टेस्ट पॉजिटिव पाए जाने तो बाद उन्होंने कटरा तो अगे जाने तो रोक दिता गया सी। इसी दौरान रियासी और माता वैष्णो देवी गुफा बोर्ड प्रशासन ने कोविड-19 के नाल संबंधित दिशा निर्देशों को सख्ती के नाल लागू करने के हुक्म दिते ने। बोर्ड ने माता वैष्णो देवी की गुफा के दर्शनों के लिए एक दिन के विच वध तो वध 25,000 श्रद्धालुओं को जाण की सीमा पहला तो ही लागू की हुई है। पिछले साल महामारी फैलने तो बाद 16 मार्च तो गुफा के दर्शन मुलतवी कर दिते सन और 5 महीनों बाद 16 अगस्त को सीमित ढंग के नाल दर्शनों के लिए गुफा नूं खोलिया गया सी। पंजाब सरकार सूबे दीआं सारियां ही लोक भलाई स्कीमां अधीन अनुसूचित जाति वर्ग के लोगों की भलाई के लिए 30% रकम खर्च करेगी। संविधान निर्माता डॉक्टर BR अंबेडकर के 130वें जन्म दिवस से कल उन्होंने श्रद्धांजलि देंदिया मुख्यमंत्री ने राज पद्धरी समारोह को वीडियो कॉन्फ्रेंस राही संबोधन करदिया कहा कि बाबा साहब नूं पहले अजिहे भारती वजों याद किया जाना चाहिए है जिन्हां ने दलित समाज के लिए बहुत कुछ किया और उपलब्ध करवाया। उन्होंने कहा कि सरकार अनुसूचित जाति के लोगों दीआं सारे ही विभाग खाली पईआं असामियां दे बैकलॉग नूं भरेगी ਅਤੇ अनुसूचित जाति के विद्यार्थियों के लिए पोस्ट मैट्रिक ओवरसीज स्कॉलरशिप स्कीम की संभावना का पता लगाया जाएगा जो बाबा साहब नूं समर्पित बड़ौदा स्टेट स्कॉलरशिप स्कीम की तर्ज से होगी। मुख्यमंत्री ने ऐलान किया है कि वित्तीय साल 2021-22 के लिए पेंडू संपर्क सड़कों के प्रोजेक्ट ते 500 करोड़ रुपए खर्च किए जाएंगे। मुख्यमंत्री ने पिंडां विच हर घर पक्की छत योजना अधीन अनुसूचित जाति के लोगों के लिए 30% राखवीकरण का ऐलान किया। उन्होंने कहा कि सरकार ने सिविल सेवावां समेत प्रतियोगी ਪ੍ਰੀਖਿਆਵਾਂ ਦੇ ਲਈ ਜਲੰਧਰ ਵਿੱਚ ਡਾਕਟਰ BR ਅੰਬੇਡਕਰ ਸਿਖਲਾਈ ਸੰਸਥਾ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ। पश्चिमी बंगाल ਦੇ ਵਿੱਚ विधान सभा ਦੀਆਂ 5ਵੇਂ ਗੇੜ ਦੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਕੱਲ ਬੰਦ ਹੋ ਗਿਆ। ਇਸ ਗੇੜ ਦੇ ਵਿੱਚ ਸੂਬੇ ਦੇ 6 ਜ਼ਿਲ੍ਹਿਆਂ ਦੀਆਂ 45 ਸੀਟਾਂ ਤੇ ਆਉਂਦੇ ਸ਼ਨੀਵਾਰ ਨੂੰ ਵੋਟਾਂ ਪਵਾਈਆਂ ਜਾਣੀਆਂ ਨੇ। ਚੋਣ ਕਮਿਸ਼ਨ ਨੇ ਕੂਚ ਬਿਹਾਰ ਦੇ ਵਿੱਚ ਚੌਥੇ ਗੇੜ ਦੀਆਂ ਚੋਣਾਂ ਦੌਰਾਨ ਹੋਈ ਹਿੰਸਾ ਤੋਂ ਬਾਅਦ ਚੋਣ ਪ੍ਰਚਾਰ 48 ਘੰਟਿਆਂ ਦੀ ਬਜਾਏ 72 ਘੰਟੇ ਪਹਿਲਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਸੀਟਾਂ ਦੇ ਲਈ 39 ਮਹਿਲਾਵਾਂ ਸਮੇਤ ਕੁੱਲ 319 ਉਮੀਦਵਾਰ ਚੋਣ ਮੈਦਾਨ ਵਿੱਚ ਨੇ। ਭਾਰਤੀ ਜਨਤਾ ਪਾਰਟੀ, ਕਾਂਗਰਸ, ਤ੍ਰਿਣਮੂਲ ਕਾਂਗਰਸ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਵੱਲੋਂ ਵੋਟਰਾਂ ਨੂੰ अपने अपने उम्मीदवारों के पक्ष में वोटां भुगताउण दे लई हर हीला इस्तेमाल किया जा रहा है। इस दौरान कलकत्ता हाईकोर्ट ने कोविड मामलों में हो रहे वाधे के मद्देनज़र सारियां ही सियासी पार्टियां नूं चोण प्रचार दौरान कोविड दिशा निर्देशों की सख्ती दे नाल पालना करने की हिदायत दी है ते कहा है कि इन्हां दिशा निर्देशों की पालना न करने वालियां विरुद्ध सख्त कार्रवाई की जाए तां जो दूजे लोगों की जिंदगी नूं सुरक्षित बनाउण दे काम नूं यकीनी बनाया जा सके। ਡੀਡੀ ਪੰਜਾਬੀ ਦੀ ਖਬਰਾਂ ਦੇ ਬੁਲੇਟਿਨ ਸਾਰੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਵੇਖ ਸਕਦੇ ਨੇ ਅਤੇ ਇਹ ਬੁਲੇਟਿਨ RNU ਜਲੰਧਰ ਦੇ ਟਵਿੱਟਰ ਹੈਂਡਲ ਅਤੇ Facebook ਪੇਜ ਤੇ ਉਪਲਬਧ ਨੇ। ਬੁਲੇਟਿਨ ਦੇ ਅਖੀਰ ਵਿੱਚ ਆਉਣੀਆਂ ਖਬਰਾਂ ਇੱਕ ਵਾਰ ਫਿਰ ਤੋਂ। कोविड-19 महामारी की मौजूदा स्थिति ते उपराष्ट्रपति ते प्रधानमंत्री वालों राज्यपालों ते उपराज्यपालों नूं वीडियो कॉन्फ्रेंस राही संबोधन। उपराष्ट्रपति एम वेंकैया नायडू वालों राज्यपालों नूं राज्य सरकारां दे नाल मिल के काम करन दी सलाह।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ ਨੂੰ ਜਨ ਭਾਗੀਦਾਰੀ ਵਜੋਂ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਕੇਂਦਰ ਵੱਲੋਂ ਕੋਵਿਡ-19 ਮਹਾਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਰੈਮਡੇਸਿਵਿਰ ਟੀਕਿਆਂ ਦਾ ਉਤਪਾਦਨ ਵਧਾਉਣ ਅਤੇ ਇਸ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ਵਰਧਨ ਵੱਲੋਂ ਪੋਸ਼ਣ ਦੇ ਨਾਲ ਸੰਬੰਧਿਤ ਮਿਸ਼ਨ ਆਹਾਰ ਕ੍ਰਾਂਤੀ ਦੀ ਸ਼ੁਰੂਆਤ। ਨਰਾਤੇ ਸ਼ੁਰੂ ਹੋਣ ਦੇ ਪਹਿਲੇ ਦਿਨ 14,000 ਤੋਂ ਵੱਧ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਪੱਛਮ ਬੰਗਾਲ ਦੇ ਪੰਜਵੇਂ ਗੇੜ ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਪ੍ਰਚਾਰ ਖਤਮ। ਇਸ ਗੇੜ ਦੀਆਂ 45 ਸੀਟਾਂ ਦੇ ਲਈ ਸ਼ਨੀਵਾਰ ਨੂੰ ਵੋਟਾਂ ਪੁਆਈਆਂ ਜਾਣਗੀਆਂ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।